ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇਸ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਦੱਸਾਂਗੇ ਕੈਨੇਡਾ ਆਉਣ ਵਾਲਿਆਂ ਦੇ ਲਈ ਕਿਹੜੇ ਦੇਸ਼ ਨੇ ਕੀਤੀ ਚੇਤਾਵਨੀ ਜਾਰੀ ਤੇ ਕਿਉਂ ਕਿਹਾ ਕੈਨੇਡਾ ਦੇ ਲਈ ਟਰੈਵਲ ਨਾ ਕੀਤਾ ਜਾਵੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਦੇ ਨਾਲ ਹੋਈ ਗੱਲਬਾਤ। ਦੱਸਾਂਗੇ ਕੀ ਦਿੱਤੀ ਪ੍ਰਧਾਨ ਮੰਤਰੀ ਦਫ਼ਤਰ ਨੇ ਜਾਣਕਾਰੀ। ਓਨਟਾਰੀਓ ਵਿੱਚ ਘਰ ਰਹਿਣ ਲਈ ਹੁਕਮ ਜਾਰੀ। ਡਗਫੋਰਡ ਨੇ ਆਉਂਦੇ 4 ਹਫ਼ਤਿਆਂ ਨੂੰ ਦੱਸਿਆ ਨਾਜ਼ੁਕ। ਕਿਊਬੈਕ ਵਿੱਚ ਕੋਵਿਡ-19 ਦੇ ਕਰਕੇ ਹੁਣ ਤੱਕ ਸਭ ਤੋਂ ਘੱਟ ਉਮਰ ਦੇ ਨੌਜਵਾਨ ਦੀ ਮੌਤ। ਵੈਨਕੂਵਰ ਪੁਲਿਸ ਨੇ ਦੱਸਿਆ ਕਿ ਜਦੋਂ ਇੱਕ ਅਪਾਰਟਮੈਂਟ ਵਿੱਚ ਪਹੁੰਚੇ ਤਾਂ ਹੋ ਰਹੀ ਸੀ 20 ਜਣਿਆਂ ਦੀ ਪਾਰਟੀ। ਦੱਸਾਂਗੇ ਉਸ ਤੋਂ ਬਾਅਦ ਕੀ ਹੋਇਆ। ਭਾਰਤ ਵਿੱਚ ਕੈਨੇਡਾ ਹਾਈ ਕਮਿਸ਼ਨ ਦੀ ਜਾਣਕਾਰੀ। ਬਾਇਓਮੈਟ੍ਰਿਕ ਸੰਬੰਧੀ ਅਪ੍ਰੈਲ 7 ਤੋਂ ਹੋਰ ਸਰਵਿਸ ਹੋਵੇਗੀ ਸ਼ੁਰੂ। ਕੈਨੇਡਾ ਫੂਡ ਇੰਸਪੈਕਸ਼ਨ ਏਜੰਸੀ ਨੇ ਬਦਾਮ ਤੇ ਕਾਜੂਆਂ ਦੇ ਕਿਹੜੇ ਪ੍ਰੋਡਕਟ ਨੂੰ ਲੈ ਕੇ ਦਿੱਤੀ ਚੇਤਾਵਨੀ। ਦੱਸਾਂਗੇ ਖਬਰਾਂ ਦੇ ਵਿੱਚ। ਇਸ ਤਰ੍ਹਾਂ ਲਈ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਖਬਰ ਕਿ ਅਮਰੀਕਾ ਦੇ ਵਿੱਚ ਸੈਂਟਰ ਫਾਰ ਡਿਸੀਜ਼ ਕੰਟਰੋਲ ਵਿਭਾਗ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ। ਦਰਅਸਲ ਉਹਨਾਂ ਨੇ ਵੈਰੀ ਹਾਈ ਰਿਸਕ ਨਾਲ ਸੰਬੰਧਿਤ ਚੇਤਾਵਨੀ ਜਾਰੀ ਕੀਤੀ ਹੈ, ਜੋ ਕਿ ਲੈਵਲ 4 ਦੀ ਚੇਤਾਵਨੀ ਹੈ ਕਿ ਕੈਨੇਡਾ ਦੇ ਵਾਸਤੇ ਟਰੈਵਲ ਨਾ ਕੀਤਾ ਜਾਵੇ। ਯਾਤਰੀਆਂ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਅਮਰੀਕਾ ਦੇ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵਿਭਾਗ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਕਿ ਇਸ ਸਮੇਂ ਜੋ ਕੈਨੇਡਾ ਵਿੱਚ ਹਾਲਾਤ ਨੇ ਉਸ ਦੇ ਮੱਦੇਨਜ਼ਰ ਯਾਤਰੀਆਂ ਨੂੰ ਟਰੈਵਲ ਕਰਨ ਤੋਂ ਰੁਕਣ ਦੇ ਲਈ ਕਿਹਾ ਗਿਆ ਹੈ। ਜਿਨ੍ਹਾਂ ਕਿਹਾ ਕਿ ਲੈਵਲ 4 ਯਾਨੀ ਕਿ ਵੈਰੀ ਹਾਈ ਚੇਤਾਵਨੀ ਦਿੱਤੀ ਜਾਂਦੀ ਹੈ, ਜਿਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਕੈਨੇਡਾ ਨਾ ਜਾਣ। ਜਿਨ੍ਹਾਂ ਕਿਹਾ ਕਿ ਜੇਕਰ ਜਿਨ੍ਹਾਂ ਦੇ ਟੀਕੇ ਲੱਗ ਚੁੱਕੇ ਨੇ ਤੇ ਉਹਨਾਂ ਨੂੰ ਟਰੈਵਲ ਦੇ ਲਈ ਪੂਰੀ ਇਜਾਜ਼ਤ ਵੀ ਮਿਲੀ ਹੈ, ਪਰ ਉਹਨਾਂ ਦੇ ਲਈ ਵੀ ਇਸ ਸਮੇਂ ਕੈਨੇਡਾ ਵਿੱਚ ਜਾਣ ਤੇ ਬਿਮਾਰ ਹੋਣ ਦਾ ਖਤਰਾ ਪੈਦਾ ਹੋ ਸਕਦਾ ਹੈ, ਕਿਉਂ ਜੋ ਕੈਨੇਡਾ ਵਿੱਚ ਕੋਵਿਡ-19 ਦੇ ਨਵੇਂ ਵੇਰੀਐਂਟ ਤੇਜ਼ੀ ਦੇ ਨਾਲ ਫੈਲ ਰਹੇ ਨੇ। ਤੇ ਜੇਕਰ ਕਿਸੇ ਨੂੰ ਅਮਰੀਕਾ ਤੋਂ ਕੈਨੇਡਾ ਜਾਣਾ ਹੀ ਪੈ ਰਿਹਾ ਹੈ ਤਾਂ ਉਹ ਟਰੈਵਲ ਕਰਨ ਤੋਂ ਪਹਿਲਾਂ ਕੋਵਿਡ-19 ਦੇ ਟੀਕੇ ਲਗਵਾ ਲੈਣ ਤੇ ਉਹ ਮਾਸਕ ਪਾ ਕੇ 6 ਫੁੱਟ ਦੀ ਦੂਰੀ ਬਣਾਉਣ ਦੀ ਹਦਾਇਤ ਦਾ ਵੀ ਪੂਰਾ ਧਿਆਨ ਰੱਖਣ। ਜਿਨ੍ਹਾਂ ਨੂੰ ਭੀੜ ਵਾਲੀਆਂ ਥਾਵਾਂ ਦੇ ਉੱਤੇ ਨਾ ਜਾਣ ਦੀ ਸਲਾਹ ਵੀ ਦਿੱਤੀ ਗਈ ਹੈ। ਅਮਰੀਕਾ ਵਿੱਚ ਟਰੈਵਲ ਨੂੰ ਲੈ ਕੇ ਨੋਟਿਸ ਦਿੱਤਾ ਗਿਆ ਹੈ, ਜਿਸ ਨੂੰ ਕਿ ਲੈਵਲ 4 ਦਾ ਦਰਜਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਲੈਵਲ 3 ਹੁੰਦਾ ਹੈ, ਜਿਸ ਦੇ ਵਿੱਚ ਕੋਵਿਡ-19 ਦੇ ਮਾਮਲੇ ਜ਼ਿਆਦਾ ਹੋਣ ਦੇ ਕਰਕੇ ਜੋ ਚੇਤਾਵਨੀ ਪਹਿਲਾਂ ਵੀ ਦਿੱਤੀ ਗਈ ਹੈ ਉਸ ਮੁਤਾਬਕ ਕਿਹਾ ਜਾਂਦਾ ਹੈ ਕਿ ਗੈਰ ਜ਼ਰੂਰੀ ਟਰੈਵਲ ਨਾ ਕੀਤਾ ਜਾਵੇ। ਪਰ ਲੈਵਲ 4 ਮੁਤਾਬਕ ਇਹ ਹੈ ਕਿ ਟਰੈਵਲ ਕੀਤਾ ਹੀ ਨਾ ਜਾਵੇ। ਅਮਰੀਕਾ ਦੇ CDC ਵਿਭਾਗ ਦੇ ਵੱਲੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਵੱਲੋਂ ਦਿੱਤੇ ਜਾਂਦੇ ਅੰਕੜੇ ਵਰਤੇ ਜਾਂਦੇ ਨੇ, ਜਿਸ ਆਧਾਰ ਤੇ ਹੀ ਚੇਤਾਵਨੀ ਸੰਬੰਧੀ ਵੀ ਫੈਸਲਾ ਲਿਆ ਜਾਂਦਾ ਹੈ। ਕੁਝ ਦਿਨ ਪਹਿਲਾਂ ਹੀ ਅਮਰੀਕਾ ਨੇ ਇਹ ਐਲਾਨ ਵੀ ਕੀਤਾ ਸੀ ਕਿ ਜਿਨ੍ਹਾਂ ਨੇ ਟੀਕੇ ਲਗਵਾ ਲਏ ਨੇ ਕੋਵਿਡ-19 ਦੇ ਉਹ ਟਰੈਵਲ ਕਰ ਸਕਦੇ ਨੇ। ਤੇ ਉਸ ਤੋਂ ਬਾਅਦ ਜੋ ਇਹ ਕੈਨੇਡਾ ਵਾਸਤੇ ਟਰੈਵਲ ਕਰਨ ਨੂੰ ਲੈ ਕੇ ਚੇਤਾਵਨੀ ਸਾਹਮਣੇ ਆਈ ਹੈ, ਉਸ ਦੇ ਵਿੱਚ ਵੀ ਤਾਂ ਹੀ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਜਿਨ੍ਹਾਂ ਨੇ ਟੀਕੇ ਲਗਵਾ ਲਏ ਨੇ, ਯਾਨੀ ਕਿ ਜੋ 2 ਡੋਜ਼ਿਸ ਟੀਕਿਆਂ ਦੀਆਂ ਲੱਗਦੀਆਂ ਨੇ, ਜਿਨ੍ਹਾਂ ਨੇ ਉਹ ਦੋਵੇਂ ਡੋਜ਼ਿਸ ਲਗਵਾ ਲਈਆਂ ਨੇ, ਉਹਨਾਂ ਨੂੰ ਵੀ ਇਸ ਚੇਤਾਵਨੀ ਦੇ ਵਿੱਚ ਸ਼ਾਮਲ ਕੀਤਾ ਗਿਆ ਕਿ ਉਹ ਵੀ ਜੇਕਰ ਜੋ ਇਸ ਸਮੇਂ ਕੈਨੇਡਾ ਵਿੱਚ ਵੱਖਰੇ ਵੇਰੀਐਂਟ ਲਗਾਤਾਰ ਕੋਵਿਡ-19 ਦੇ ਫੈਲ ਰਹੇ ਨੇ ਤਾਂ ਕੈਨੇਡਾ ਜਾਂਦੇ ਨੇ ਤਾਂ ਉਹਨਾਂ ਦੇ ਵਾਸਤੇ ਵੀ ਖਤਰਾ ਬਣਿਆ ਰਹੇਗਾ। ਕਿਉਂਕਿ ਜਦੋਂ ਕੋਵਿਡ-19 ਦੇ ਟੀਕੇ ਆਏ ਵੀ ਤੇ ਟੀਕੇ ਲੱਗਣੇ ਸ਼ੁਰੂ ਹੋਏ ਤਾਂ ਉਦੋਂ ਤੋਂ ਹੀ ਅਧਿਕਾਰੀਆਂ ਦੇ ਵੱਲੋਂ ਵੀ ਉਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜੇਕਰ ਇਹ ਟੀਕੇ ਇੱਕ ਵਾਰ ਲਗਾ ਦਿੱਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਵਾਪਸ ਉਸ ਵਿਅਕਤੀ ਨੂੰ ਕਦੇ ਕੋਵਿਡ-19 ਨਹੀਂ ਹੋ ਸਕਦਾ। ਉਹਨਾਂ ਟੀਕਿਆਂ ਦੇ ਨਾਲ ਉਸ ਸਮੇਂ ਤਾਂ ਮਰੀਜ਼ ਸੁਰੱਖਿਅਤ ਹੋ ਜਾਂਦਾ ਹੈ। ਤੇ ਇਸ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਪ੍ਰਧਾਨ ਮੰਤਰੀ ਦਫ਼ਤਰ ਤੋਂ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਤੋਂ ਦੱਸਿਆ ਗਿਆ ਹੈ ਕਿ ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਦੇ ਨਾਲ ਮੀਟਿੰਗ ਕੀਤੀ ਹੈ। ਵਰਚੁਅਲ ਇਹ ਬੈਠਕ ਹੋਈ, ਜਿਸ ਦੇ ਵਿੱਚ ਗੱਲਬਾਤ ਉਹਨਾਂ ਨੇ ਜੋ ਕੀਤੀ ਹੈ ਉਸ ਦੇ ਬਾਰੇ ਤੁਹਾਨੂੰ ਦੱਸਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਤੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਸਟਿਨ ਟਰੂਡੋ ਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਗੱਲਬਾਤ ਕੀਤੀ ਹੈ, ਜਿਨ੍ਹਾਂ ਦੀ ਗੱਲਬਾਤ ਦਾ ਮੁੱਖ ਵਿਸ਼ਾ ਕੋਵਿਡ-19 ਮਹਾਮਾਰੀ ਰਿਹਾ। ਇਸ ਦੇ ਉੱਤੇ ਪ੍ਰਧਾਨ ਮੰਤਰੀ ਤੇ ਨਾਲ ਹੀ ਪ੍ਰੀਮੀਅਰ ਨੇ ਇਸ ਦੌਰਾਨ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਜੋ ਲਗਾਤਾਰ ਵੱਧ ਰਹੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਸ ਦੇ ਬਾਰੇ ਗੱਲਬਾਤ ਤੇ ਚਰਚਾ ਕੀਤੀ। ਜਿਸ ਦੌਰਾਨ ਉਹਨਾਂ ਨੇ ਜੋ ਟੀਕਿਆਂ ਨਾਲ ਸੰਬੰਧਿਤ ਇਸ ਸਮੇਂ ਮੁਹਿੰਮ ਸੂਬੇ ਦੇ ਵਿੱਚ ਚੱਲ ਰਹੀ ਹੈ ਉਸ ਦਾ ਵੀ ਜ਼ਿਕਰ ਕੀਤਾ ਤੇ ਨਾਲ ਹੀ ਉਹਨਾਂ ਨੇ ਗੱਲਬਾਤ ਕੀਤੀ ਕਿ ਸੂਬੇ ਦੇ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਸਖਤ ਹਦਾਇਤਾਂ ਲਾਗੂ ਕੀਤੀਆਂ ਗਈਆਂ ਨੇ ਉਸ ਦੇ ਬਾਰੇ। ਤੇ ਉਹਨਾਂ ਨੇ ਇਸ ਲੋੜ ਨੂੰ ਵੀ ਅਹਿਮ ਦੱਸਿਆ ਕਿ ਇਸ ਮੌਕੇ ਗੈਰ ਜ਼ਰੂਰੀ ਟਰੈਵਲ ਨਾ ਕਰਨਾ ਕਿੰਨਾ ਅਹਿਮ ਹੈ ਤੇ ਨਾਲ ਹੀ ਕੋਈ ਵੀ ਸੋਸ਼ਲ ਗੈਦਰਿੰਗ ਯਾਨੀ ਕਿ ਕੋਈ ਵੀ ਇਕੱਠ ਨਾ ਕੀਤਾ ਜਾਵੇ ਤਾਂ ਕਿ ਜੋ ਕੋਵਿਡ-19 ਫੈਲ ਰਿਹਾ ਹੈ ਤੇ ਇਸ ਦੇ ਨਵੇਂ ਵੇਰੀਐਂਟ ਫੈਲ ਰਹੇ ਨੇ ਉਸ ਨੂੰ ਰੋਕਿਆ ਜਾ ਸਕੇ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪ੍ਰੀਮੀਅਰ ਜੌਨ ਹੌਰਗਨ ਨੇ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟਾਈ ਕਿ ਇਸ ਮੌਕੇ ਫੈਡਰਲ ਤੇ ਸੂਬਾ ਸਰਕਾਰ ਦਾ ਮਿਲ ਕੇ ਕੰਮ ਕਰਨਾ ਕਿੰਨਾ ਜ਼ਰੂਰੀ ਹੈ ਤਾਂ ਕਿ
ਟੀਕਿਆਂ ਨੂੰ ਛੇਤੀ ਤੋਂ ਛੇਤੀ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਇਸ ਦੌਰਾਨ ਉਹਨਾਂ ਨੇ ਜੋ ਵਪਾਰਾਂ ਦੀ ਮਦਦ ਦੇ ਵਾਸਤੇ ਕਦਮ ਚੁੱਕੇ ਜਾ ਰਹੇ ਨੇ ਸਰਕਾਰਾਂ ਵੱਲੋਂ ਤੇ ਨਾਲ ਹੀ ਕਾਮਿਆਂ ਨੂੰ ਜੋ ਸਹਿਯੋਗ ਦਿੱਤਾ ਜਾ ਰਿਹਾ ਹੈ ਉਸ ਦੇ ਬਾਰੇ ਵੀ ਗੱਲਬਾਤ ਕੀਤੀ ਤੇ ਨਾਲ ਹੀ ਜੋ ਇਸ ਮਹਾਮਾਰੀ ਦੇ ਦੌਰਾਨ ਇਕੱਠਿਆਂ ਮਿਲ ਕੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਉਸ ਦੇ ਉੱਤੇ ਵੀ ਵਿਸ਼ਵਾਸ ਦਿਵਾਇਆ ਕਿ ਇਹ ਕੰਮ ਇਸੇ ਤਰ੍ਹਾਂ ਜਾਰੀ ਰਹੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਖੋ-ਵੱਖਰੇ ਸੂਬਿਆਂ ਦੇ ਪ੍ਰੀਮੀਅਰਸ ਦੇ ਨਾਲ ਜੋ ਗੱਲਬਾਤ ਹੈ ਉਹ ਕਰਦੇ ਰਹਿੰਦੇ ਨੇ ਤੇ ਕੋਵਿਡ-19 ਨੂੰ ਲੈ ਕੇ ਜੋ ਇਸ ਸਮੇਂ ਫੈਸਲੇ ਵੀ ਲਏ ਜਾ ਰਹੇ ਨੇ ਤੇ ਫੈਡਰਲ ਸਰਕਾਰ ਤੇ ਸੂਬਾ ਸਰਕਾਰਾਂ ਮਿਲ ਕੇ ਇਸ ਤੇ ਜੋ ਕੰਮ ਕਰ ਰਹੀਆਂ ਨੇ ਉਸ ਦੇ ਉੱਤੇ ਗੱਲਬਾਤ ਤੇ ਚਰਚਾ ਕੀਤੀ ਜਾਂਦੀ ਹੈ। ਉਧਰ ਓਨਟਾਰੀਓ ਸਰਕਾਰ ਨੇ ਜੋ ਅੱਜ ਤਾਜ਼ਾ ਐਲਾਨ ਕੀਤਾ ਹੈ ਉਸ ਦੇ ਬਾਰੇ ਤੁਹਾਨੂੰ ਦੱਸਾਂਗੇ, ਜਿੱਥੇ ਕਿ ਸਟੇ ਐਟ ਹੋਮ ਆਰਡਰ ਲਾਗੂ ਕਰ ਦਿੱਤੇ ਗਏ ਨੇ। ਦਰਅਸਲ ਘਰ ਰਹਿਣ ਦੇ ਹੀ ਹੁਕਮ ਦਿੱਤੇ ਗਏ ਨੇ ਲੋਕਾਂ ਨੂੰ, ਜਿਨ੍ਹਾਂ ਨੂੰ ਕਿਹਾ ਗਿਆ ਕਿ ਗੈਰ ਜ਼ਰੂਰੀ ਕੰਮਾਂ ਦੇ ਵਾਸਤੇ ਬਾਹਰ ਨਾ ਜਾਇਆ ਜਾਵੇ। ਘਰਾਂ ਤੋਂ ਜਿਹੜੇ ਗਰੋਸਰੀ ਸਟੋਰ ਨੇ ਉਹ ਖੁੱਲ੍ਹੇ ਰਹਿਣਗੇ, ਸਿਰਫ ਜਿਹੜੇ ਅਸੈਂਸ਼ੀਅਲ ਕੰਮ ਨੇ ਉਹ ਖੁੱਲ੍ਹੇ ਰਹਿਣਗੇ, ਜਿਨ੍ਹਾਂ ਦੇ ਵਿੱਚ ਵੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਗਰੋਸਰੀ ਸਟੋਰਸ ਦੇ ਵਿੱਚ ਵੀ ਜੋ ਗਰੋਸਰੀ ਹੈ ਤੇ ਇਸ ਦੇ ਨਾਲ ਹੀ ਜੋ ਦਵਾਈਆਂ ਨੇ ਸਿਰਫ ਉਹ ਹੀ ਵੇਚੀਆਂ ਜਾ ਸਕਦੀਆਂ ਨੇ ਤੇ ਲੋਕ ਖਰੀਦਣ ਜਾ ਸਕਦੇ ਨੇ। ਹੋਰ ਸਮਾਨ ਦੇ ਵੇਚਣ ਦੇ ਉੱਤੇ ਵੀ ਇਸ ਸਮੇਂ ਇਜਾਜ਼ਤ ਨਹੀਂ ਹੋਵੇਗੀ। ਜੋ ਸਕੂਲਾਂ ਨੂੰ ਲੈ ਕੇ ਵੀ ਵੱਖੋ ਵੱਖਰੇ ਸੂਬੇ ਦੇ ਵਿੱਚ ਥਾਵਾਂ ਨੇ ਜਿਹੜੀਆਂ ਉੱਥੇ ਵੱਖੋ ਵੱਖਰੀਆਂ ਹਦਾਇਤਾਂ ਨੇ, ਤਾਂ ਨਾਲ ਹੀ ਜੋ ਰੈਸਟੋਰੈਂਟਸ ਵਿੱਚ ਬੈਠ ਕੇ ਭੋਜਨ ਖਾਣ ਜਾਂ ਉਹਨਾਂ ਦੇ ਬਾਹਰ ਵੀ ਬੈਠ ਕੇ ਭੋਜਨ ਖਾਣ ਦੇ ਉੱਤੇ ਪਾਬੰਦੀ ਹੈ। ਜੋ ਡਰਾਈਵ ਥਰੂ ਸਰਵਿਸ ਹੈ ਉਹ ਚੱਲ ਰਹੀ ਹੈ, ਜਿਸ ਦੇ ਵਿੱਚ ਟੇਕ ਆਊਟ ਵੀ ਤੇ ਡਿਲੀਵਰੀਜ਼ ਵੀ ਚੱਲ ਰਹੀਆਂ ਨੇ। ਪਰ ਇਸ ਤੋਂ ਇਲਾਵਾ ਜੋ ਸਖਤ ਹਦਾਇਤ ਦਿੱਤੀ ਗਈ ਹੈ, ਤਾਂ ਨਾਲ ਹੀ ਅੱਜ ਜੋ ਪ੍ਰੀਮੀਅਰ ਡਗਫੋਰਡ ਹੈ ਉਹਨਾਂ ਨੇ ਜਦੋਂ ਬਿਆਨ ਜਾਰੀ ਕੀਤਾ ਓਨਟਾਰੀਓ ਵਾਸੀਆਂ ਦੇ ਵਾਸਤੇ ਉਹਨਾਂ ਨੇ ਜਾਣਕਾਰੀ ਜਾਰੀ ਕੀਤੀ, ਤਾਂ ਉਹਨਾਂ ਨੇ ਕਿਹਾ ਕੋਵਿਡ-19 ਦੇ ਨਵੇਂ ਵੇਰੀਐਂਟਸ ਦੇ ਕਰਕੇ ਜਿਹੜੇ ਇਸ ਸਮੇਂ ਮਾਮਲੇ ਵੱਧ ਰਹੇ ਨੇ, ICU ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਕਾਫੀ ਜ਼ਿਆਦਾ ਵੱਧ ਰਹੀ ਹੈ। ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਆਉਣ ਵਾਲੇ 4 ਹਫ਼ਤੇ ਓਨਟਾਰੀਓ ਵਾਸੀਆਂ ਦੇ ਵਾਸਤੇ ਕਾਫੀ ਨਾਜ਼ੁਕ ਨੇ। Today, on the advice of the Chief Medical Officer of Health, I'm declaring a state of emergency with a province-wide stay-at-home order effective 12:01 a.m. Thursday. This will be in effect for 4 weeks. ਤਾਂ ਉਧਰ ਕਿਊਬੈਕ ਦੇ ਵਿੱਚ ਵੀ ਕੁਝ ਅਜਿਹਾ ਹੀ ਹਾਲ ਹੈ। ਕਿਊਬੈਕ ਦੇ ਵਿੱਚ ਵੀ ਇਸੇ ਕਰਕੇ ਤੁਹਾਨੂੰ ਕੱਲ ਵੀ ਜਾਣਕਾਰੀ ਦਿੱਤੀ ਸੀ ਕਿ ਕੋਵਿਡ-19 ਦੀਆਂ ਸਖਤ ਹਦਾਇਤਾਂ ਨੇ ਜੋ ਉਹ ਲਾਗੂ ਕੀਤੀਆਂ ਗਈਆਂ ਨੇ, ਖਾਸ ਤੌਰ ਦੇ ਉੱਤੇ ਉਹਨਾਂ ਖੇਤਰਾਂ ਦੇ ਵਿੱਚ ਜਿੱਥੇ ਰੈੱਡ ਜ਼ੋਨ ਜਿਨ੍ਹਾਂ ਨੂੰ ਕਿਹਾ ਗਿਆ, ਜਿਨ੍ਹਾਂ ਦੇ ਵਿੱਚ ਕਾਫੀ ਜ਼ਿਆਦਾ ਕੋਵਿਡ-19 ਦੇ ਮਾਮਲੇ ਸਾਹਮਣੇ ਆ ਰਹੇ ਨੇ। ਤਾਂ ਮੌਂਟਰੀਅਲ ਤੋਂ ਅੱਜ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ 16 ਸਾਲਾ ਨੌਜਵਾਨ ਦੀ ਮੌਤ ਹੋਈ ਹੈ। ਕੋਵਿਡ-19 ਦੇ ਕਰਕੇ ਇਸ ਨੌਜਵਾਨ ਦੀ ਮੌਤ ਹੋਈ ਦੱਸੀ ਗਈ ਹੈ, ਜਿਸ ਦੇ ਬਾਰੇ ਜਦੋਂ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਤਾਂ ਉਹਨਾਂ ਨੇ ਕਿਹਾ ਕਿ ਜੋ ਇਹ ਨੌਜਵਾਨ ਨਾਬਾਲਗ ਸੀ, ਜਿਸ ਕਰਕੇ ਉਸ ਦੀ ਪਛਾਣ ਤਾਂ ਉਹ ਜਨਤਕ ਨਹੀਂ ਕਰ ਸਕਦੇ, ਪਰ ਕੋਵਿਡ-19 ਦੇ ਕਰਕੇ ਹੋਈਆਂ ਜੋ ਮੌਤਾਂ ਨੇ ਕਿਊਬੈਕ ਦੇ ਵਿੱਚ, ਉਸ ਦੇ ਵਿੱਚ ਹੁਣ ਤੱਕ ਸਭ ਤੋਂ ਜ਼ਿਆਦਾ ਘੱਟ ਉਮਰ ਦੇ ਨੌਜਵਾਨ ਦੀ ਮੌਤ ਇਸ ਦੇ ਕਰਕੇ ਹੋਈ ਇਹ ਮੰਨੀ ਗਈ ਹੈ। ਇਸ ਤੋਂ ਪਹਿਲਾਂ ਅਗਸਤ ਮਹੀਨੇ ਦੇ ਵਿੱਚ ਪਿਛਲੇ ਸਾਲ ਕੋਵਿਡ-19 ਦੇ ਕਰਕੇ ਉੱਥੇ 19 ਸਾਲਾ ਨੌਜਵਾਨ ਦੀ ਮੌਤ ਹੋਈ ਸੀ। ਜੋ ਘੱਟ ਉਮਰ ਦੇ ਵਿਅਕਤੀ ਨੇ ਉਹਨਾਂ ਦੇ ਵਿੱਚ ਕੋਵਿਡ-19 ਦੇ ਮਾਮਲੇ ਕਾਫੀ ਜ਼ਿਆਦਾ ਸਾਹਮਣੇ ਆ ਰਹੇ ਨੇ। ਸਿਰਫ ਕਿਊਬੈਕ ਹੀ ਨਹੀਂ, ਸਗੋਂ ਹੋਰ ਵੀ ਸੂਬਿਆਂ ਤੋਂ ਜੋ ਇਹ ਮਾਮਲੇ ਸਾਹਮਣੇ ਆ ਰਹੇ ਨੇ, ਜਿਸ ਦੇ ਵਿੱਚ ਅਧਿਕਾਰੀ ਬਾਰ-ਬਾਰ ਨੌਜਵਾਨਾਂ ਨੂੰ ਇਸ ਦੇ ਬਾਰੇ ਜਾਣਕਾਰੀ ਦੇ ਰਹੇ ਨੇ ਤੇ ਅਪੀਲ ਵੀ ਕਰ ਰਹੇ ਨੇ ਕਿ ਉਹ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਇਸ ਦੌਰਾਨ ਅਣਗਹਿਲੀ ਬਿਲਕੁਲ ਵੀ ਨਾ ਕੀਤੀ ਜਾਵੇ, ਕਿਉਂਕਿ ਇਸ ਸਮੇਂ ਨੌਜਵਾਨਾਂ ਦੇ ਵਿੱਚ ਕੋਵਿਡ-19 ਦੇ ਜਿਹੜੇ ਮਾਮਲੇ ਨੇ ਕਾਫੀ ਜ਼ਿਆਦਾ ਗਿਣਤੀ ਸਾਹਮਣੇ ਆ ਰਹੇ ਨੇ ਤੇ ਜਿਹੜੇ ਪਹਿਲਾਂ ਤੋਂ ਕਿਸੇ ਹੋਰ ਬਿਮਾਰੀ ਦੇ ਨਾਲ ਜੂਝ ਰਹੇ ਹੁੰਦੇ ਨੇ ਉਹਨਾਂ ਦੇ ਵਾਸਤੇ ਅਜਿਹੇ ਵਿੱਚ ਕਾਫੀ ਮੁਸ਼ਕਲ ਹੋ ਜਾਂਦਾ ਹੈ ਕੋਵਿਡ-19 ਦੇ ਨਾਲ ਲੜਨਾ। ਤੇ ਇਸ ਨੂੰ ਲੈ ਕੇ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅਗਲੀ ਖਬਰ ਵੈਨਕੂਵਰ ਤੋਂ ਸਾਹਮਣੇ ਆਈ, ਜਿੱਥੇ ਕਿ ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਇੱਕ ਅਪਾਰਟਮੈਂਟ ਦੇ ਵਿੱਚ ਜਦੋਂ ਉਹ ਪਹੁੰਚੇ ਤਾਂ ਦੇਖਿਆ 20 ਵਿਅਕਤੀ ਉੱਥੇ ਪਾਰਟੀ ਕਰ ਰਹੇ ਸਨ। ਦਰਅਸਲ ਵੈਨਕੂਵਰ ਪੁਲਿਸ ਵਿਭਾਗ ਨੂੰ 2 ਅਪ੍ਰੈਲ ਸ਼ੁੱਕਰਵਾਰ ਦੇ ਦਿਨ ਸ਼ਿਕਾਇਤ ਮਿਲੀ ਸੀ, ਜਿਨ੍ਹਾਂ ਨੂੰ ਕਿਸੇ ਨੇ ਰਿਪੋਰਟ ਦਿੱਤੀ ਕਿ ਇੱਕ ਲੜਕੀ ਜਿਸ ਨੂੰ ਕਿ ਨਸ਼ੇ ਦੀ ਹਾਲਤ ਵਿੱਚ ਦੇਖਿਆ ਗਿਆ ਤੇ ਉਸ ਨੂੰ ਕੋਈ ਘਸੀਟ ਕੇ ਅਪਾਰਟਮੈਂਟ ਦੇ ਅੰਦਰ ਲੈ ਕੇ ਗਿਆ। ਤਾਂ ਉਸ ਤੋਂ ਬਾਅਦ ਕੀ ਉਹ ਠੀਕ ਹੈ, ਉਸ ਦੇ ਵਾਸਤੇ ਪੁਲਿਸ ਅਧਿਕਾਰੀ ਪਤਾ ਕਰਨ ਦੇ ਲਈ ਜਦੋਂ ਉਸ ਡਾਊਨਟਾਊਨ ਦੇ ਵਿੱਚ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਪਹੁੰਚੇ ਤਾਂ ਉੱਥੇ ਉਹਨਾਂ ਨੇ ਦੇਖਿਆ ਕਿ ਜਿਹੜੀ ਉਹ 18 ਸਾਲਾ ਲੜਕੀ ਸੀ ਉਹ ਤਾਂ ਬਿਲਕੁਲ ਠੀਕ ਸੀ, ਪਰ ਉੱਥੇ ਅਪਾਰਟਮੈਂਟ ਦੇ ਵਿੱਚ ਇੱਕ ਪਾਰਟੀ ਚੱਲ ਰਹੀ ਸੀ, ਜਿੱਥੇ ਕਿ 20 ਵਿਅਕਤੀ ਇੱਕ ਥਾਂ ਦੇ ਉੱਤੇ ਮੌਜੂਦ ਸਨ। ਨਾ ਸਿਰਫ ਉਹ ਵਿਅਕਤੀ ਉੱਥੇ ਜਦੋਂ ਉਸ ਸਮੇਂ ਮੌਜੂਦ ਸਨ ਉਹਨਾਂ ਦੇ ਵੱਲੋਂ ਇਸ ਪਾਰਟੀ ਨੂੰ ਜਾਰੀ ਰੱਖਣ ਦੀ ਗੱਲ ਕਹੀ ਗਈ, ਸਗੋਂ ਜਦੋਂ ਪੁਲਿਸ ਅਧਿਕਾਰੀ ਅਪਾਰਟਮੈਂਟ ਦੇ ਅੰਦਰ ਦਾਖਲ ਹੋਏ ਤਾਂ ਉਹ ਪੁਲਿਸ ਅਧਿਕਾਰੀਆਂ ਦੇ ਉੱਤੇ ਨਾਰਾਜ਼ ਵੀ ਹੋ ਗਏ। ਇੱਕ ਵਿਅਕਤੀ ਨੇ ਇੱਕ ਪੁਲਿਸ ਆਫੀਸਰ ਦੇ ਉੱਤੇ ਹਮਲਾ ਵੀ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਗ੍ਰਿਫਤਾਰ ਵੀ ਕੀਤਾ ਗਿਆ। ਇਸ ਮੌਕੇ ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਉਹ
ਇਸ ਪਾਰਟੀ ਦੇ ਵਿੱਚ ਪਹੁੰਚੇ ਤੇ ਜਿਵੇਂ ਕਿ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਸ਼ਰੇਆਮ ਕੀਤੀ ਜਾ ਰਹੀ ਸੀ ਤਾਂ ਉਸ ਪਾਰਟੀ ਨੂੰ ਕਰਵਾਉਣ ਵਾਲੇ ਨੂੰ $2300 ਦਾ ਜੁਰਮਾਨਾ ਵੀ ਲੱਗਿਆ ਤੇ ਨਾਲ ਹੀ ਉਸ ਪਾਰਟੀ ਵਿੱਚ ਮੌਜੂਦ ਕਈਆਂ ਨੂੰ ਹੋਰ ਵੀ ਜੁਰਮਾਨੇ ਲੱਗੇ ਨੇ ਜੋ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਐਲਾਨੇ ਗਏ ਨੇ ਉਹਨਾਂ ਵਾਸਤੇ ਜਿਹੜੇ ਕਿ ਹਦਾਇਤਾਂ ਦੀ ਉਲੰਘਣਾ ਕਰਦੇ ਨੇ, ਇਕੱਠ ਕੀਤੇ ਜਾਂਦੇ ਨੇ ਉਹਨਾਂ ਦੇ ਵੱਲੋਂ। ਤੇ ਕੁਝ ਇਸ ਤਰ੍ਹਾਂ ਵੈਨਕੂਵਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿਸ ਦੇ ਬਾਰੇ ਵੈਨਕੂਵਰ ਪੁਲਿਸ ਨੇ ਜਾਣਕਾਰੀ ਦਿੱਤੀ। ਅਗਲੀ ਖਬਰ ਹੈ ਕਿ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਕੁਝ ਪ੍ਰੋਡਕਟ ਵਾਪਸ ਮੰਗਵਾਏ ਨੇ ਜਿਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਉਹਨਾਂ ਦੇ ਵਿੱਚ ਉਹਨਾਂ ਨਟਸ ਦੀ ਮੌਜੂਦਗੀ ਹੋ ਸਕਦੀ ਹੈ ਜਿਸ ਦੇ ਬਾਰੇ ਉਹਨਾਂ ਪ੍ਰੋਡਕਟਸ ਦੇ ਉੱਤੇ ਇੰਗਰੀਡੀਐਂਟਸ ਦੇ ਵਿੱਚ ਨਹੀਂ ਲਿਖਿਆ ਹੋਇਆ। ਇਸ ਦੇ ਬਾਰੇ ਫੂਡ ਇੰਸਪੈਕਸ਼ਨ ਏਜੰਸੀ ਨੇ ਹੋਰ ਕੀ ਕੁਝ ਕਿਹਾ ਤੇ ਕਿਹੜੇ ਪ੍ਰੋਡਕਟ ਨੇ ਉਹ ਤੁਹਾਨੂੰ ਦੱਸਦੇ ਹਾਂ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਇੱਕ ਐਲਮੰਡ ਬਟਰ ਤੇ ਕੈਸ਼ੀਓ ਬਟਰ ਯਾਨੀ ਕਿ ਬਦਾਮਾਂ ਦਾ ਬਟਰ ਤੇ ਨਾਲ ਹੀ ਕਾਜੂਆਂ ਦਾ ਬਟਰ ਇੱਕ ਬ੍ਰਾਂਡ ਦਾ ਵਾਪਸ ਮੰਗਵਾਇਆ ਮਾਰਕੀਟ ਦੇ ਵਿੱਚੋਂ ਜੋ ਕਿ ਕੈਨੇਡਾ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਗਿਆ ਜਿੱਥੇ ਕਿ ਵਿਕਰੀ ਹੋਈ ਹੈ। ਅਲਬਰਟਾ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਨਾਰਥ ਵੈਸਟ ਟੈਰੀਟਰੀਜ਼, ਨੂਨਾਵਟ, ਸਸਕੈਚਵਨ ਤੇ ਯੂਕੌਨ ਇਹਨਾਂ ਸੂਬਿਆਂ ਦਾ ਨਾਮ ਲਿਖਿਆ ਗਿਆ ਹੈ ਜਿੱਥੇ ਇਸ ਦੀ ਵਿਕਰੀ ਹੋਈ ਹੋ ਸਕਦੀ ਹੈ। ਜਿਸ ਦੇ ਲਈ ਉਹਨਾਂ ਨੇ ਦੱਸਿਆ ਕਿ ਬ੍ਰਾਂਡ ਨੇਮ ਕੋਆਪ ਗੋਲਡ ਪਿਓਰ ਦਾ ਐਲਮੰਡ ਬਟਰ ਜੋ ਕਿ ਰॉ ਅਨਰੋਸਟਡ ਹੈ ਜਿਸ ਦਾ ਸਾਈਜ਼ 500 ਗ੍ਰਾਮ ਹੈ ਤੇ ਉਸ ਦਾ UPC 057316168139 ਹੈ ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਉਸ ਦੇ ਉੱਤੇ ਬੈਸਟ ਬਿਫੋਰ 30 ਜੁਲਾਈ 2021 ਲਿਖਿਆ ਗਿਆ ਹੈ ਤੇ ਕੋਆਪ ਗੋਲਡ ਪਿਓਰ ਦਾ ਕੈਸ਼ੀਓ ਬਟਰ ਵੀ ਵਾਪਸ ਮੰਗਵਾਇਆ ਗਿਆ ਹੈ ਜੋ ਕਿ 500 ਗ੍ਰਾਮ ਦਾ ਸਾਈਜ਼ ਹੈ 057316168122 UPC ਹੈ ਉਸਦਾ ਤੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਪ੍ਰੋਡਕਟ ਇਸ ਕਰਕੇ ਵਾਪਸ ਮੰਗਵਾਇਆ ਗਿਆ ਹੈ ਕਿ ਜੇਕਰ ਕਿਸੇ ਨੂੰ ਐਲਰਜੀ ਹੈ ਜਿਵੇਂ ਟਰੀ ਨਟ ਤੋਂ ਤਾਂ ਉਹਨਾਂ ਦੇ ਵਾਸਤੇ ਇਹ ਖਤਰਾ ਪੈਦਾ ਕਰ ਸਕਦਾ ਹੈ ਤੇ ਨਾਲ ਹੀ ਫੈਡਰਲ ਆਪਰੇਟਿਵਸ ਲਿਮਿਟਿਡ ਕੰਪਨੀ ਹੈ ਉਹਨਾਂ ਦੇ ਅਧੀਨ ਇਸ ਪ੍ਰੋਡਕਟ ਨੂੰ ਮਾਰਕੀਟ ਦੇ ਵਿੱਚ ਵੇਚਿਆ ਜਾਂਦਾ ਹੈ ਜਿਸ ਦੇ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਨੇ ਇਹ ਐਲਮੰਡ ਬਟਰ ਜਾਂ ਕੈਸ਼ੀਓ ਬਟਰ ਖਰੀਦਿਆ ਹੈ ਤਾਂ ਉਸ ਨੂੰ ਵਾਪਸ ਕਰ ਦਿੱਤਾ ਜਾਵੇ ਜਿੱਥੋਂ ਖਰੀਦਿਆ ਗਿਆ ਹੈ ਜਾਂ ਫਿਰ ਸੁੱਟ ਦਿੱਤਾ ਜਾਵੇ। ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਬਦਾਮਾਂ ਦਾ ਬਟਰ ਹੈ ਉਸ ਦੇ ਵਿੱਚ ਇਹ ਦੱਸਿਆ ਨਹੀਂ ਗਿਆ ਕਿ ਉਸ ਦੇ ਵਿੱਚ ਹੇਜ਼ਲਨਟ ਦੀ ਮੌਜੂਦਗੀ ਹੋ ਸਕਦੀ ਹੈ ਤੇ ਨਾਲ ਹੀ ਜੋ ਕੈਸ਼ੀਓ ਯਾਨੀ ਕਿ ਕਾਜੂਆਂ ਦਾ ਬਟਰ ਹੈ ਉਸ ਦੇ ਵਿੱਚ ਇਸ ਕਰਕੇ ਉਸ ਨੂੰ ਵਾਪਸ ਮੰਗਵਾਇਆ ਗਿਆ ਕਿਉਂਕਿ ਉਸ ਉੱਤੇ ਲਿਖਿਆ ਨਹੀਂ ਹੋਇਆ ਕਿ ਉਸ ਦੇ ਵਿੱਚ ਬਦਾਮ ਤੇ ਹੇਜ਼ਲਨਟ ਦੀ ਮੌਜੂਦਗੀ ਹੋ ਸਕਦੀ ਹੈ। ਹੁਣ ਰੁਖ ਅਗਲੀ ਖਬਰ ਦੇ ਵੱਲ। ਕੈਨੇਡਾ ਹਾਈ ਕਮਿਸ਼ਨ ਨੇ ਭਾਰਤ ਵਿੱਚ ਜਾਣਕਾਰੀ ਦਿੱਤੀ ਹੈ ਕਿ 7 ਅਪ੍ਰੈਲ ਤੋਂ ਉਹ ਬਾਇਓਮੈਟ੍ਰਿਕ ਸਰਵਿਸ ਨੂੰ ਹੋਰ ਵਧਾ ਰਹੇ ਨੇ ਜਿਸ ਦੇ ਵਾਸਤੇ ਉਹਨਾਂ ਨੇ ਕਿਹਾ ਕਿ ਜੋ ਮਾਪੇ, ਦਾਦਾ-ਦਾਦੀ, ਨਾਨਾ-ਨਾਨੀ ਇਹਨਾਂ ਦੀਆਂ ਪੀਆਰ ਦੇ ਵਾਸਤੇ ਫਾਈਲਾਂ ਕੈਨੇਡਾ ਵਾਸੀਆਂ ਦੇ ਵੱਲੋਂ ਲਗਾਈਆਂ ਹੋਈਆਂ ਨੇ ਉਹਨਾਂ ਨੂੰ ਹੁਣ ਬਾਇਓਮੈਟ੍ਰਿਕ ਦੇ ਵਾਸਤੇ ਸੱਦੇ ਦਿੱਤੇ ਜਾਣਗੇ। ਭਾਰਤ ਵਿੱਚ ਕੈਨੇਡਾ ਹਾਈ ਕਮਿਸ਼ਨ ਨੇ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਕਿਹਾ ਕਿ 7 ਅਪ੍ਰੈਲ ਤੋਂ ਵੀਜ਼ਾ ਐਪਲੀਕੇਸ਼ਨ ਸੈਂਟਰਸ ਨੇ ਜੋ ਭਾਰਤ ਦੇ ਵਿੱਚ ਉੱਥੇ ਹੁਣ ਉਹਨਾਂ ਦੇ ਵਾਸਤੇ ਵੀ ਬਾਇਓਮੈਟ੍ਰਿਕ ਦੀਆਂ ਰਿਕੁਐਸਟ ਲੈਣੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੇ ਆਪਣੇ ਮਾਪੇ ਤੇ ਗ੍ਰੈਂਡ ਪੇਰੈਂਟਸ ਦੇ ਵਾਸਤੇ ਸਪਾਂਸਰਸ਼ਿਪ ਲਗਾਈ ਹੋਈ ਹੈ ਯਾਨੀ ਕਿ ਜੋ ਫੈਮਿਲੀ ਕਲਾਸ ਦੀਆਂ ਫਾਈਲਾਂ ਨੇ ਉਹਨਾਂ ਦੇ ਵਿੱਚ ਸਾਰਿਆਂ ਦੇ ਵਾਸਤੇ ਹੁਣ ਬਾਇਓਮੈਟ੍ਰਿਕ ਦਿੱਤੇ ਜਾ ਸਕਣਗੇ ਤੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਕੈਨੇਡਾ ਦੇ ਵਿੱਚ ਪਹਿਲਾਂ ਤੋਂ ਮੌਜੂਦ ਨੇ ਤੇ ਉਹਨਾਂ ਨੇ ਪੀਆਰ ਦੇ ਵਾਸਤੇ ਆਪਣੇ ਮਾਪੇ ਤੇ ਦਾਦਾ-ਦਾਦੀ, ਨਾਨਾ-ਨਾਨੀ ਦੀਆਂ ਫਾਈਲਾਂ ਲਗਾਈਆਂ ਹੋਈਆਂ ਨੇ। ਇਸ ਤੋਂ ਪਹਿਲਾਂ ਇੰਟਰਨੈਸ਼ਨਲ ਸਟੂਡੈਂਟ ਨੇ ਜੋ ਤੇ ਨਾਲ ਹੀ ਜੋ ਸਪਾਊਸਲ ਸਪਾਂਸਰਸ਼ਿਪ ਫਾਈਲਾਂ ਲਾਈਆਂ ਹੋਈਆਂ ਸਨ ਉਹਨਾਂ ਦੇ ਬਾਇਓਮੈਟ੍ਰਿਕ ਕੀਤੇ ਜਾਣ ਦੇ ਵਾਸਤੇ ਉਹਨਾਂ ਨੂੰ ਸਹੂਲਤ ਦਿੱਤੀ ਜਾ ਰਹੀ ਸੀ ਤੇ ਹੁਣ 7 ਅਪ੍ਰੈਲ ਤੋਂ ਵੀਜ਼ਾ ਐਪਲੀਕੇਸ਼ਨ ਸੈਂਟਰਸ ਨੇ ਮਾਪਿਆਂ ਤੇ ਨਾਲ ਹੀ ਗ੍ਰੈਂਡ ਪੇਰੈਂਟਸ ਦੇ ਲਈ ਇਹ ਐਲਾਨ ਕੀਤਾ ਹੈ ਜਿਨ੍ਹਾਂ ਦੇ ਵੱਲੋਂ ਇੱਕ-ਇੱਕ ਕਰਕੇ ਅੱਗੇ ਤੋਂ ਅੱਗੇ ਆਪਣੀ ਸਰਵਿਸ ਖੋਲੀ ਜਾ ਰਹੀ ਹੈ। ਬੇਸ਼ੱਕ ਵੀਜ਼ਾ ਐਪਲੀਕੇਸ਼ਨ ਸੈਂਟਰ ਭਾਰਤ ਦੇ ਵਿੱਚ ਖੁੱਲੇ ਨੇ ਪਰ ਉਹ ਹਜੇ ਵੀ ਸੀਮਤ ਸਰਵਿਸ ਹੀ ਦੇ ਰਹੇ ਨੇ। ਇੱਕ ਪਾਸੇ ਭਾਰਤ ਤੇ ਕੈਨੇਡਾ ਵਿੱਚ ਕੋਵਿਡ-19 ਦੇ ਮਾਮਲੇ ਨੇ ਜੋ ਉਹ ਵਧਣ ਦੇ ਉੱਤੇ ਵੱਖੋ ਵੱਖਰੇ ਫੈਸਲੇ ਲਏ ਜਾ ਰਹੇ ਨੇ, ਮੁੜ ਤੋਂ ਸਖਤੀ ਵੀ ਹੋ ਰਹੀ ਹੈ ਤਾਂ ਦੂਜੇ ਪਾਸੇ ਇੱਕ ਪੜਾਅ ਦੇ ਤਹਿਤ ਅਜਿਹੀਆਂ ਸਰਵਿਸਿਜ਼ ਵੀ ਵਾਰੋ-ਵਾਰੀ ਖੋਲੀਆਂ ਜਾ ਰਹੀਆਂ ਨੇ। ਇਸ ਬਾਰੇ ਵੀਜ਼ਾ ਐਪਲੀਕੇਸ਼ਨ ਸੈਂਟਰਸ ਨਾਲ ਹੀ ਬਾਇਓਮੈਟ੍ਰਿਕ ਐਨਰੋਲਮੈਂਟ ਦੇ ਬਾਰੇ ਜੇਕਰ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਵੀਜ਼ਾ ਐਪਲੀਕੇਸ਼ਨ ਸੈਂਟਰ ਨੇ ਜੋ ਉਹਨਾਂ ਦੀ ਵੈਬਸਾਈਟ ਹੈ ਜੋ ਕੈਨੇਡਾ ਦੇ ਹਾਈ ਕਮਿਸ਼ਨ ਦੇ ਵੱਲੋਂ ਉਸ ਦੇ ਉੱਤੇ ਜਾ ਕੇ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਤੇ ਇਸ ਦੇ ਵਾਸਤੇ ਜੋ ਉਹਨਾਂ ਨੇ ਪਹਿਲਾਂ ਜਾਣਕਾਰੀ ਦਿੱਤੀ ਸੀ ਉਸ ਦੇ ਬਾਰੇ ਵੀ ਅਸੀਂ ਤੁਹਾਨੂੰ ਦੱਸਿਆ ਸੀ ਕਿ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨ ਦਾ ਕਹਿਣਾ ਹੈ ਕਿ ਜੋ ਟਰੈਵਲ ਨੂੰ ਲੈ ਕੇ ਰੋਕ ਲੱਗੀ ਹੋਈ ਹੈ ਤੇ ਨਾਲ ਹੀ ਜੋ ਵੱਖੋ ਵੱਖਰੀਆਂ ਹਦਾਇਤਾਂ ਚੱਲ ਰਹੀਆਂ ਨੇ ਉਸ ਕਰਕੇ ਹੋ ਸਕਦਾ ਹੈ ਕਿ ਜਿਨ੍ਹਾਂ ਦੀ ਪੀਆਰ ਆ ਵੀ ਰਹੀ ਹੈ ਉਹ ਫਿਲਹਾਲ ਟਰੈਵਲ ਨਾ ਕਰ ਸਕਣ ਕਿ ਉਹ ਫਿਲਹਾਲ ਕੈਨੇਡਾ ਨਾ ਜਾ ਸਕਣ ਤੇ ਉਹਨਾਂ ਨੂੰ ਕੋ ਪੀਆਰ ਮਿਲ ਗਈ ਹੈ ਪਰ ਇਸ ਦੌਰਾਨ ਉਹ ਕੈਨੇਡਾ ਦੇ ਬਾਰੇ ਹੋਰ ਜ਼ਿਆਦਾ ਜਾਣ ਸਕਦੇ ਨੇ। planningforcanada.ca ਦੇ ਉੱਤੇ ਜਾ ਕੇ ਰਜਿਸਟਰ ਕਰ ਸਕਦੇ ਨੇ ਜਿੱਥੇ ਕਿ ਕੈਨੇਡਾ ਵਿੱਚ ਮੌਜੂਦ ਸਹੂਲਤਾਂ ਤੇ ਉੱਥੋਂ ਨੌਕਰੀਆਂ ਤੇ ਰਹਿਣ ਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਉਹਨਾਂ ਦੇ
ਵੱਲੋਂ ਲਈ ਜਾ ਸਕਦੀ ਹੈ ਤੇ ਨਾਲ ਹੀ ਇੱਥੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਾਤਾਰ ਇਹੋ ਕਿਹਾ ਜਾ ਰਿਹਾ ਹੈ ਕਿ ਆਮ ਨਾਲੋਂ ਜ਼ਿਆਦਾ ਸਮਾਂ ਫਾਈਲਾਂ ਦੀ ਪ੍ਰਕਿਰਿਆ ਦੇ ਵਿੱਚ ਲੱਗ ਰਿਹਾ ਹੈ, ਜਿਸ ਦੇ ਲਈ ਉਹ ਸਾਰੇ ਹੀ ਕੈਂਡੀਡੇਟਸ ਨੂੰ ਇਹ ਕਹਿ ਰਹੇ ਨੇ ਕਿ ਜਿਵੇਂ ਕਿ ਉਹਨਾਂ ਦੇ ਵੱਲੋਂ ਇਸ ਸਮੇਂ ਸਬਰ ਕੀਤਾ ਜਾ ਰਿਹਾ ਹੈ ਤੇ ਸਬਰ ਕਰਨ ਦੇ ਵਾਸਤੇ ਧੰਨਵਾਦ ਵੀ ਕਹਿ ਰਹੇ ਨੇ ਤੇ ਨਾਲ ਹੀ ਜੋ ਇਸ ਸਮੇਂ ਸਮਾਂ ਤਾਂ ਲੱਗ ਰਿਹਾ ਹੈ ਪਰ ਪ੍ਰਕਿਰਿਆ ਫਿਰ ਵੀ ਚੱਲ ਰਹੀ ਹੈ, ਬੇਸ਼ੱਕ ਹੌਲੀ ਹੈ। ਇਸ ਦੌਰਾਨ ਜਿਵੇਂ ਕਿ ਇਮੀਗ੍ਰੇਸ਼ਨ ਅਧਿਕਾਰੀ ਨੇ ਜਿਹੜੇ ਉਹ ਆਪਣੇ ਵੱਖੋ ਵੱਖਰੇ ਦਫ਼ਤਰਾਂ ਦੇ ਵਿੱਚ ਕਾਫੀ ਘੱਟ ਗਿਣਤੀ ਦੇ ਵਿੱਚ ਕੰਮ ਕਰ ਰਹੇ ਨੇ ਕਿਉਂਕਿ ਕੋਵਿਡ-19 ਦੇ ਕਰਕੇ ਜੋ ਹਦਾਇਤਾਂ ਲੱਗੀਆਂ ਹੋਈਆਂ ਨੇ ਉਸ ਦਾ ਪ੍ਰਭਾਵ ਇਸ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ। ਤਾਂ ਉਧਰ ਸਰੀ ਤੋਂ ਅਗਲਾ ਮਾਮਲਾ ਹੈ ਕਿ ਸਰੀ ਤੋਂ ਇੱਕ ਨੌਜਵਾਨ ਲਾਪਤਾ ਹੈ, ਜਿਸ ਨੂੰ ਲੱਭਣ ਦੇ ਵਾਸਤੇ ਉਸ ਨੌਜਵਾਨ ਦੇ ਪਰਿਵਾਰ ਤੇ ਪੁਲਿਸ ਦੇ ਵੱਲੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ। ਤੁਹਾਨੂੰ ਦੱਸਦੇ ਕਿ ਆਖਿਰ ਕੌਣ ਹੈ ਨੌਜਵਾਨ ਤੇ ਉਸ ਦੀ ਪਛਾਣ ਦੇ ਬਾਰੇ ਪੁਲਿਸ ਨੇ ਕੀ ਦੱਸਿਆ। ਸਰੀ ਆਰਸੀਐਮਪੀ ਨੇ ਪ੍ਰਭਰਾਜ ਸੇਖੋ ਨਾਮਕ ਨੌਜਵਾਨ ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ, ਜਿਸ ਦੇ ਬਾਰੇ ਉਹਨਾਂ ਦੱਸਿਆ ਕਿ ਅਪ੍ਰੈਲ 1, 2021 ਨੂੰ ਦੁਪਹਿਰ ਦੇ 3:30 ਵਜੇ ਦੇ ਕਰੀਬ ਦਾ ਸਮਾਂ ਸੀ ਜਦੋਂ ਆਖਰੀ ਵਾਰ ਪ੍ਰਭਰਾਜ ਨੂੰ 400 ਬਲਾਕ ਤੇ 143 ਐਵੇਨਿਊ ਦੇ ਉੱਤੇ ਦੇਖਿਆ ਗਿਆ, ਜਿਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਉਸ ਦੇ ਬਾਰੇ ਕੁਝ ਪਤਾ ਨਹੀਂ ਲੱਗਿਆ। ਪ੍ਰਭਰਾਜ ਸੇਖੋਂ ਦੀ ਉਮਰ 24 ਸਾਲ ਦੇ ਕਰੀਬ ਹੈ, ਜੋ ਕਿ ਪੰਜਾਬੀ ਹੈ। 5 ਫੁੱਟ 9 ਇੰਚ ਦੇ ਕਰੀਬ ਉਸ ਦਾ ਕੱਦ ਹੈ, ਜਿਸ ਦੇ ਕਾਲੇ ਵਾਲ ਨੇ, ਪੂਰੀਆਂ ਅੱਖਾਂ ਨੇ। ਸੇਖੋਂ ਨੂੰ ਆਖਰੀ ਵਾਰ ਗ੍ਰੇ ਰੰਗ ਦੀ ਵਿੰਟਰ ਜੈਕਟ, ਗ੍ਰੇ ਸਵੈਟ ਪੈਂਟ ਤੇ ਕਾਲੇ ਨਾਈਕੀ ਦੇ ਬੂਟ ਪਾਏ ਹੋਏ ਦੇਖਿਆ ਗਿਆ ਸੀ ਤੇ ਉਸ ਦੇ ਕੋਲ ਗ੍ਰੇ ਬੈਕਪੈਕ ਵੀ ਸੀ। ਪੁਲਿਸ ਤੇ ਪਰਿਵਾਰ ਪ੍ਰਭਰਾਜ ਸੇਖੋਂ ਦੀ ਸਿਹਤ ਨੂੰ ਲੈ ਕੇ ਤੇ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਦੇ ਵਿੱਚ ਨੇ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹ ਆਮ ਤੌਰ ਦੇ ਉੱਤੇ ਸਰੀ ਜਾਂ ਵੈਨਕੂਵਰ ਖੇਤਰ ਦੇ ਵਿੱਚ ਜਾਂਦਾ ਰਹਿੰਦਾ ਸੀ। ਇੰਨੇ ਸਮੇਂ ਦੇ ਵਾਸਤੇ ਉਸੇ ਵੱਲੋਂ ਕੁਝ ਇਸ ਤਰ੍ਹਾਂ ਦੂਰ ਚਲਿਆ ਜਾਣਾ ਜਾਂ ਫਿਰ ਲਾਪਤਾ ਹੋਣਾ ਅਜਿਹਾ ਪਹਿਲੀ ਵਾਰ ਹੋਇਆ ਹੈ, ਜਿਸ ਦੇ ਬਾਰੇ ਸਰੀ ਆਰਸੀਐਮਪੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੁਝ ਪਤਾ ਲੱਗੇ ਤਾਂ 604 599 0502 ਤੇ ਸੰਪਰਕ ਕੀਤਾ ਜਾ ਸਕਦਾ ਹੈ ਤੇ ਜੇਕਰ ਕਿਸੇ ਨੇ ਆਪਣੀ ਪਛਾਣ ਦੱਸੇ ਤੋਂ ਬਿਨਾਂ ਜਾਣਕਾਰੀ ਦੇਣੀ ਹੋਵੇ ਤਾਂ ਕ੍ਰਾਈਮ ਸਟਾਪਰਸ ਦੇ ਨਾਲ 1800-222-8477 ਤੇ ਸੰਪਰਕ ਕੀਤਾ ਜਾ ਸਕਦਾ ਹੈ, ਜਿੱਥੇ ਕਿ ਦੱਸਿਆ ਜਾ ਸਕਦਾ ਹੈ ਕਿ ਉਹ ਫਾਈਲ ਨੰਬਰ 2021-4722 ਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਨੇ। ਇਸ ਤਰ੍ਹਾਂ ਲਈ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।